Hello dear students, how are you? I hope you all are fine. So the next topic of discussion in this online class is could have plus third form, should have plus third form. Third form means past participle. In this video we are going to discuss the use of could have, should have. So before starting the video I would like to let you know something about could have and should have कि could have ਤੇ should have ਕੀ ਨੇ। ਜਿੱਥੇ ਆਪਾਂ ਕੋਈ ਕੰਮ ਕਰ ਸਕਦੇ ਸੀ ਲੇਕਿਨ ਕੀਤਾ ਨਹੀਂ, ਕੋਈ ਕੰਮ ਸਾਨੂੰ ਕਰਨਾ ਚਾਹੀਦਾ ਸੀ, ਸਾਡੀ ਉਹ ਜ਼ਿੰਮੇਵਾਰੀ ਬਣਦੀ ਸੀ ਪਰ ਉਹ ਅਸੀਂ ਕੰਮ ਨਿਬੇੜਿਆ ਨਹੀਂ, ਉਸ ਕੰਮ ਨੂੰ ਕੀਤਾ ਨਹੀਂ, ਉੱਥੇ ਆਪਾਂ could have ਨੂੰ ਜਾਂ should have ਨੂੰ ਵਰਤਦੇ ਹਾਂ ਆਪਣੀ ਇਹ ਗੱਲ ਕਹਿਣ ਵਾਸਤੇ। ਕਿਸੇ ਨੂੰ ਉਲਾਂਭਾ ਹੀ ਦੇਣਾ ਹੋਵੇ ਜਾਂ ਕਿਸੇ ਨੂੰ ਦੱਸਣਾ ਹੋਵੇ ਕਿ ਤੁਸੀਂ ਇਹ ਕੰਮ ਕਰ ਸਕਦੇ ਸੀ ਪਰ ਤੁਸੀਂ ਕੀਤਾ ਨਹੀਂ, ਤੁਸੀਂ ਉਹ ਕੰਮ ਜਾਣਬੁੱਝ ਕੇ ਨਹੀਂ ਕੀਤਾ ਜਾਂ ਤੁਹਾਡੀ ਕੋਈ ਮਜਬੂਰੀ ਬਣ ਗਈ, ਇਹ ਸਾਰਾ ਕੁਝ ਦੱਸਣ ਵਾਸਤੇ ਜਿਹੜਾ ਹੈ ਉਹ ਆਪਾਂ could have ਤੇ should have ਦੀ ਵਰਤੋਂ ਕਰਦੇ ਹਾਂ। could have ਜਿਸ ਤਰ੍ਹਾਂ ਪਹਿਲਾਂ ਬਾਕੀ ਆਪਾਂ ਵੀਡੀਓਜ਼ ਦੇ ਵਿੱਚ ਡਿਸਕਸ ਕੀਤਾ ਸੀਗਾ ਕਿ ਕੈਨ ਦੇ ਨਾਲ ਫਸਟ ਫਾਰਮ ਹੀ ਆਉਂਦੀ ਹੈ, could ਦੇ ਨਾਲ ਵੀ ਫਸਟ ਫਾਰਮ ਆਉਂਦੀ ਹੈ, may ਨਾਲ ਮਾਈਟ ਨਾਲ ਸਾਰਿਆਂ ਨਾਲ ਫਸਟ ਫਾਰਮ ਆਉਂਦੀ ਹੈ। ਲੇਕਿਨ ਜਦੋਂ ਆਪਾਂ ਇੱਕ ਪਾਸਟ ਵਿੱਚ ਚਲ ਜਾਂਦੇ ਹਾਂ could have should have ਤਾਂ have ਲੱਗਣ ਦੇ ਨਾਲ ਜਿਹੜਾ ਹੈ ਉਹ ਇਸ ਦੀ ਫਾਰਮ ਜਿਹੜੀ ਹੈ ਉਹ ਚੇਂਜ ਹੋ ਕੇ ਥਰਡ ਫਾਰਮ ਬਣ ਜਾਏਗੀ। ਆਪਾਂ ਇਹਦੇ 'ਚ ਪਾਸਟ ਪਾਰਟੀਸਿਪਲ ਦੀ ਵਰਤੋਂ ਕਰਾਂਗੇ, ਥਰਡ ਵਰਬ ਦੀ ਵਰਤੋਂ ਕਰਾਂਗੇ ਇਹ ਸਾਰੇ ਸੈਂਟੈਂਸ ਨੂੰ ਬਣਾਉਣ ਵਾਸਤੇ ਦੀ ਫਾਰਮੇਸ਼ਨ ਵਾਸਤੇ। ਹੁਣ ਆਪਾਂ ਇਹ ਗੱਲ ਕਰਨੀ ਹੈ ਜਿਸ ਤਰ੍ਹਾਂ ਆਪਾਂ ਕਿਸੇ ਨੂੰ ਦੱਸਣਾ ਹੈ ਕਿ he could have helped me ਕਿ ਉਹ ਮੇਰੀ ਮਦਦ ਕਰ ਸਕਦਾ ਸੀ। ਅੱਗੇ ਮੈਂ ਬਟ ਲਿਖਿਆ ਹੈ ਆਪਣੇ ਤੌਰ ਤੇ, ਪਰ ਉਸਨੇ ਮਦਦ ਨਹੀਂ ਕੀਤੀ। ਉਹ ਕਰ ਸਕਦਾ ਸੀ ਪਰ ਉਸਨੇ ਮਦਦ ਨਹੀਂ ਕੀਤੀ। he could have helped me but he did not help me, ਉਸਨੇ ਮਦਦ ਨਹੀਂ ਕੀਤੀ। ਸੋ ਇਹ ਉੱਥੇ ਵਰਤਿਆ ਜਾਂਦਾ ਹੈ ਜਿੱਥੇ ਨੈਗੇਟਿਵਿਟੀ ਦੀ ਜਾਂ ਅੱਗੋਂ ਅਗਲਾ ਸੈਂਟੈਂਸ ਨੈਗੇਟਿਵ ਬਣਨਾ ਹੋਵੇ ਕਿ ਉਸਨੇ ਇਹ ਕੰਮ ਨਹੀਂ ਕੀਤਾ, ਉਹ ਕਰ ਸਕਦਾ ਸੀ, ਉੱਥੇ ਆਪਾਂ could have ਦੀ ਵਰਤੋਂ ਕਰਦੇ ਹਾਂ। ਇਸੇ ਤਰ੍ਹਾਂ ਆਪਾਂ should have ਪਲੱਸ ਥਰਡ ਫਾਰਮ ਦੀ ਵਰਤੋਂ ਵੀ ਕਰਦੇ ਹਾਂ ਕਿ ਇਹ ਕੰਮ ਕੀਤਾ ਜਾਣਾ ਚਾਹੀਦਾ ਸੀ। ਜਿਵੇਂ you should have reached in time ਕਿ ਤੁਹਾਨੂੰ ਸਮੇਂ ਸਿਰ ਪਹੁੰਚਣਾ ਚਾਹੀਦਾ ਸੀ। ਹੁਣ ਜਦੋਂ ਆਪਾਂ ਇਹ ਗੱਲ ਕੀਤੀ ਆ ਕਿ ਤੁਹਾਨੂੰ ਸਮੇਂ ਸਿਰ ਪਹੁੰਚਣਾ ਚਾਹੀਦਾ ਸੀ ਤਾਂ ਇਟ ਮੀਨਸ ਕਿ ਉਹ ਪਹੁੰਚਿਆ ਨਹੀਂ, ਜਿਸ ਨੂੰ ਪਹੁੰਚਣਾ ਚਾਹੀਦਾ ਸੀ ਉਹ ਪਹੁੰਚਿਆ ਨਹੀਂ। ਇਸ ਵਾਸਤੇ ਆਪਾਂ ਇਹ ਗੱਲ ਇੱਕ ਉਲਾਂਭੇ ਦੇ ਤੌਰ ਤੇ ਗੱਲ ਕਰਤੀ ਹੈ ਜਾਂ ਤੁਸੀਂ ਇਹ ਕਹਿ ਲਓ ਕਿ ਇੱਕ ਸ਼ਿਕਾਇਤ ਦੇ ਰੂਪ ਦੇ ਵਿੱਚ ਆਪਾਂ ਗੱਲ ਕੀਤੀ ਕਿ ਤੈਨੂੰ ਇਹ ਕੰਮ ਕਰਨਾ ਚਾਹੀਦਾ ਸੀ, ਤੁਹਾਨੂੰ ਇੱਥੇ ਬੈਠਣਾ ਚਾਹੀਦਾ ਸੀ, ਤੁਹਾਨੂੰ ਸਮੇਂ ਸਿਰ ਸੌਣਾ ਚਾਹੀਦਾ ਸੀ, ਕੱਲ੍ਹ ਤੁਹਾਨੂੰ ਸਕੂਲ ਆਉਣਾ ਚਾਹੀਦਾ ਸੀ, ਉਸ ਨੂੰ ਸਾਡੇ ਕੋਲ ਬੈਠਣਾ ਚਾਹੀਦਾ ਸੀ, ਸਾਨੂੰ ਟੀਵੀ ਵੇਖਣਾ ਚਾਹੀਦਾ ਸੀ, ਪਰ ਅਸੀਂ ਉਹ ਕੰਮ ਕੀਤਾ ਨਹੀਂ। ਅਸੀਂ ਸਮਝੇ ਹਾਂ ਸਾਡਾ ਜਿਹੜਾ ਅਗਲਾ ਵਾਕ ਹੈ, ਸਾਡਾ ਅਗਲਾ ਸੈਂਟੈਂਸ ਹੈ ਉਹ ਨੈਗੇਟਿਵ ਦੇ ਵਿੱਚ ਹੋਏਗਾ। ਦੈਟ ਇਜ਼ ਟੋਟਲੀ ਅੰਡਰਸਟੂਡ ਕਿ ਅਸੀਂ ਇਹ ਕੰਮ ਨਹੀਂ ਕੀਤਾ, ਅਸੀਂ ਇਹ ਕੰਮ ਕਰ ਸਕਦੇ ਸੀ, ਅਸੀਂ ਇਹ ਕੰਮ ਨਹੀਂ ਕੀਤਾ, ਸਾਨੂੰ ਇਹ ਕੰਮ ਕਰਨਾ ਚਾਹੀਦਾ ਸੀ। ਸੋ ਉੱਥੇ ਜਿਹੜਾ ਆਪਾਂ could have ਤੇ should have ਦੀ ਵਰਤੋਂ ਕਰਦੇ ਹਾਂ। ਇਹ ਗੱਲਾਂ ਜਿਹੜੀਆਂ ਨੇ ਇਹ ਤੁਸੀਂ ਜਦੋਂ ਆਪਾਂ ਕਨਵਰਸੇਸ਼ਨ ਕਰਦੇ ਹਾਂ, ਗੱਲਬਾਤ ਕਰਦੇ ਹਾਂ ਜਾਂ ਕੁਛ ਲਿਖਦੇ ਹਾਂ ਜਾਂ ਕੋਈ ਕਿਤਾਬ ਪੜ੍ਹਦੇ ਹਾਂ ਤਾਂ ਉਹਨਾਂ ਦੇ ਵਿੱਚ ਵਾਰ-ਵਾਰ ਇਹਨਾਂ ਦਾ ਜਿਹੜਾ ਜ਼ਿਕਰ ਤੁਹਾਡੇ ਸਾਹਮਣੇ ਆਏਗਾ। ਤੁਸੀਂ ਇਸ ਚੀਜ਼ ਨੂੰ ਜਦੋਂ ਆਪਣੇ ਲੈਸਨਸ ਪੜ੍ਹਦੇ ਹੋਵੋਗੇ ਤੇ ਤੁਹਾਨੂੰ ਵੀ ਇਹ ਚੀਜ਼ਾਂ ਵੇਖਣ ਨੂੰ ਮਿਲਦੀਆਂ ਹੋਣਗੀਆਂ। ਲੇਕਿਨ ਆਪਾਂ ਕਈ ਵਾਰ ਜਦੋਂ ਕਨਫਿਊਜ਼ਨ 'ਚ ਹੁੰਦੇ ਹਾਂ ਕਿ ਇਹ could ਦੇ ਨਾਲ have ਲੱਗ ਗਿਆ, should ਨਾਲ have ਲੱਗ ਗਿਆ, ਇਹ ਕਿਉਂ ਲੱਗਾ, ਇਸ ਦਾ ਕੀ ਮਤਲਬ ਬਣਦਾ ਹੈ। ਕਾਫੀ ਸਟੂਡੈਂਟਸ ਨੂੰ ਜਿਹੜਾ ਵਾ ਉਹ would have ਦੇ ਵਿੱਚ ਵੀ ਕਨਫਿਊਜ਼ਨ ਹੈ ਕਿ would have ਦਾ ਕੀ ਮਤਲਬ ਬਣ ਗਿਆ। ਸੋ ਉਹਦੇ ਉੱਪਰ ਮੈਂ ਸ਼ਾਇਦ ਵੀਡੀਓ ਬਣਾ ਚੁੱਕਾ would ਦੇ ਉੱਪਰ, ਉਹਦੇ ਵਿੱਚ ਹੀ would have ਦਾ ਜ਼ਿਕਰ ਆ ਗਿਆ ਸੀਗਾ। ਸੋ ਇਹ could have ਤੇ should have ਦੇ ਵਿੱਚ ਥੋੜ੍ਹੇ ਜਿਹੇ ਸੈਂਟੈਂਸਿਸ ਨੂੰ ਆਪਾਂ ਜੇਕਰ ਡਿਸਕਸ ਕਰੀਏ ਤਾਂ ਸ਼ਾਇਦ ਤੁਸੀਂ ਹੋਰ ਕਲੀਅਰ ਹੋ ਜਾਵੋ। ਬਾਕੀ ਮੈਂ ਹਰ ਵੀਡੀਓ ਵਾਂਗ ਇਸ ਵੀਡੀਓ ਵਿੱਚ ਵੀ ਇਹੀ ਗੱਲ ਕਰਨੀ ਚਾਹਾਂਗਾ ਕਿ ਜਿਹੜੀ ਤੁਸੀਂ ਚਾਹੇ ਸਪੋਕਨ ਇੰਗਲਿਸ਼ ਬਣਾਉਣੀ ਹੈ ਆਪਣੀ, ਤੁਸੀਂ ਕਿਸੇ ਭਾਸ਼ਾ ਨੂੰ ਸਿੱਖਣਾ ਹੈ ਤਾਂ ਉਸ ਦਾ ਸਭ ਤੋਂ ਵਧੀਆ ਤਰੀਕਾ ਇਹੀ ਹੈ ਕਿ ਤੁਸੀਂ ਉਸ ਨੂੰ ਵਾਰ-ਵਾਰ ਬੋਲ ਕੇ ਵੇਖੋ। ਬੋਲਿਆ ਹੀ ਆਉਂਦੀ ਹੈ। ਤੁਸੀਂ ਇੱਕ ਛੋਟੇ ਜਿਹੇ ਬੱਚੇ ਦੀ ਐਗਜ਼ਾਮਪਲ ਲੈ ਲਓ। ਜਿਹੜਾ ਬੱਚਾ ਛੋਟਾ ਜਿਹਾ ਹੈ ਉਹ ਹੌਲੀ-ਹੌਲੀ ਸਿੱਖਦਾ ਹੈ, ਉਹ ਸੌਖੇ ਸ਼ਬਦਾਂ ਤੋਂ ਸ਼ੁਰੂ ਕਰਦਾ ਹੈ, ਹੌਲੀ-ਹੌਲੀ ਉਹ ਡਿਫੀਕਲਟ ਵਰਡਸ ਵੱਲ ਜਾਂਦਾ ਹੈ, ਫਿਰ ਉਸ ਤੋਂ ਬਾਅਦ ਉਹ ਛੋਟੇ-ਛੋਟੇ ਸੈਂਟੈਂਸਸ ਬਣਾਉਣ ਦੀ ਕੋਸ਼ਿਸ਼ ਕਰਦਾ ਹੈ ਜਿਨ੍ਹਾਂ ਦੇ ਵਿੱਚ ਕੋਈ ਵੀ ਗ੍ਰਾਮੈਟੀਕਲ ਸਟਰਕਚਰ ਸਾਨੂੰ ਨਜ਼ਰ ਨਹੀਂ ਆਉਂਦਾ। ਲੇਕਿਨ ਹੌਲੀ-ਹੌਲੀ ਉਹ ਬਾਕੀਆਂ ਵੱਲ ਵੇਖ ਕੇ ਸੁਣ ਕੇ ਸਮਝ ਕੇ ਤੇ ਜਿਹੜੀ ਆਪਣੀ ਭਾਸ਼ਾ ਹੈ ਉਹਨੂੰ ਹੋਰ ਰਿਫਾਈਨ ਕਰਨ ਦੀ ਕੋਸ਼ਿਸ਼ ਕਰਦਾ ਹੈ, ਲਗਾਤਾਰ ਕਰਦਾ ਰਹਿੰਦਾ ਹੈ। ਇਸੇ ਤਰ੍ਹਾਂ ਅਸੀਂ ਜੇਕਰ ਅੰਗਰੇਜ਼ੀ ਨੂੰ ਸਿਰਫ ਪੜ੍ਹ ਕੇ ਕੋਸ਼ਿਸ਼ ਕਰੀਏ ਵੀ ਅਸੀਂ ਸਿਰਫ ਬੋਲ ਲਵਾਂਗੇ ਤਾਂ ਡੈਟ ਇਜ਼ impossible।
you will have to practice it. You will have to speak with your friends, with your family members, with your brothers and sisters, so that you may understand the proper use of different words and grammatical structures. So let us practice some could have and should haves. He could have helped me. He could have reached in time. He could have gone to Amritsar. He could have purchased car. He could have sit near me. He could have lighted the lamp, but he did not light. ਸੋ ਇੱਥੇ ਇਹ ਕੰਮ ਕਰ ਸਕਦਾ ਸੀ ਪਰ ਉਸਨੇ ਨਹੀਂ ਕੀਤਾ। ਇਸੇ ਤਰ੍ਹਾਂ ਸ਼ੁੱਡ ਹੈਵ ਦੇ ਵਿੱਚ ਯੂ ਸ਼ੁੱਡ ਹੈਵ ਟੋਲਡ ਮੀ, ਤੁਹਾਨੂੰ ਇਹ ਗੱਲ ਮੈਨੂੰ ਦੱਸ ਦੇਣੀ ਚਾਹੀਦੀ ਸੀ। ਯੂ ਸ਼ੁੱਡ ਹੈਵ ਅੰਡਰਸਟੂਡ ਦ ਪ੍ਰੋਪਰ ਮੀਨਿੰਗ ਆਫ ਦਿਸ ਥਿੰਗ, ਕਿ ਤੁਹਾਨੂੰ ਇਸ ਚੀਜ਼ ਦਾ ਪੂਰਾ ਮਤਲਬ ਸਮਝ ਜਾਣਾ ਚਾਹੀਦਾ ਸੀ। ਯੂ ਸ਼ੁੱਡ ਹੈਵ ਸੀਨ ਇਨਟੂ ਹਿਜ਼ ਆਈਜ਼, ਤੁਹਾਨੂੰ ਉਸ ਦੀਆਂ ਅੱਖਾਂ ਵਿੱਚ ਵੇਖਣਾ ਚਾਹੀਦਾ ਸੀ। ਸੋ ਇਹ ਜਿਹੜੀਆਂ ਗੱਲਾਂ ਨੇ ਵੀ ਇਹ ਕੰਮ ਕਰਨਾ ਚਾਹੀਦਾ ਸੀ ਪਰ ਉਹ ਕੰਮ ਕੀਤਾ ਨਹੀਂ। ਤੁਹਾਨੂੰ ਮਿਹਨਤ ਕਰਨੀ ਚਾਹੀਦੀ ਸੀ, ਤੁਹਾਨੂੰ ਪੇਪਰਾਂ ਤੋਂ ਪਹਿਲਾਂ ਸਾਰੇ ਕੁਐਸਚਨਸ ਯਾਦ ਕਰਨੇ ਚਾਹੀਦੇ ਸਨ, ਤੁਹਾਨੂੰ ਪੇਪਰ ਵਿੱਚ ਜਾਣ ਤੋਂ ਪਹਿਲਾਂ ਆਪਣੇ ਪੈਨ ਪੈਨਸਲਸ ਨਾਲ ਲੈ ਕੇ ਜਾਣੇ ਚਾਹੀਦੇ ਸਨ, ਤੁਹਾਨੂੰ ਲੋਕਡਾਊਨ ਦੇ ਵਿੱਚ ਘਰ 'ਚ ਰਹਿਣਾ ਚਾਹੀਦਾ ਸੀ, ਤੁਹਾਨੂੰ ਲੋਕਡਾਊਨ ਦੌਰਾਨ ਆਨਲਾਈਨ ਪੜ੍ਹਾਈ ਕਰਨੀ ਚਾਹੀਦੀ ਸੀ। ਸੋ ਜਿੱਥੇ ਇਹ ਗੱਲਾਂ ਨੇ ਉੱਥੇ ਆਪਾਂ ਸ਼ੁੱਡ ਹੈਵ ਦੀ ਵਰਤੋਂ ਕਰਾਂਗੇ, ਜਾਂ ਇਹ ਕਹਿ ਦਈਏ ਕਿ ਤੁਹਾਨੂੰ ਲੋਕਡਾਊਨ ਦੌਰਾਨ ਤੁਸੀਂ ਲੋਕਡਾਊਨ ਦੌਰਾਨ ਆਨਲਾਈਨ ਵੀ ਪੜ੍ਹ ਸਕਦੇ ਸੀ ਪਰ ਪੜ੍ਹੇ ਨਹੀਂ। ਸੋ ਜਿਹੜਾ ਕੰਮ ਅੱਗੇ ਨੈਗੇਟਿਵਿਟੀ 'ਚ ਆ ਗਿਆ ਉੱਥੇ ਆਪਾਂ ਕੁਡ ਹੈਵ ਤੇ ਸ਼ੁੱਡ ਹੈਵ ਦੀ ਵਰਤੋਂ ਕਰਾਂਗੇ। ਸੋ ਆਈ ਹੋਪ ਯੂ ਵੁੱਡ ਹੈਵ ਅੰਡਰਸਟੂਡ ਦ ਪ੍ਰੋਪਰ ਯੂਜ਼ ਆਫ these two should have and could have. So in the next video we will discuss the other things relating to relative clauses and the use of WH family, what is the meaning of WH family and how we should use them, ਕਿੱਥੇ ਉਹ ਰਿਲੇਟਿਵ ਕਲਾਸ ਦੇ ਤੌਰ ਤੇ ਆਉਂਦੀ ਹੈ, ਕਿੱਥੇ ਉਹ ਕੁਐਸਚਨ ਦੇ ਤੌਰ ਤੇ ਆਉਂਦੇ ਆ WH family ਵਾਲੇ, ਇਹਦੀ ਆਪਾਂ ਗੱਲ ਕਰਾਂਗੇ। ਸੋ ਟਿਲ ਦੈਨ ਥੈਂਕ ਯੂ ਵੈਰੀ ਮਚ।